ਹੈਲੋ ਸਟੂਡੈਂਟਸ, ਕਿਵੇਂ ਹੋ ਵੀ ਸਾਰੇ। ਉਮੀਦ ਹੈ ਤੁਸੀਂ ਵਧੀਆ ਹੋਵੋਗੇ। ਸੋ ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ। PS ਟੈਟ ਅਤੇ ਮਾਸਟਰ ਕੈਡਰ ਦੇ ਲਈ, ਦੋਵਾਂ ਦੇ ਲਈ ਆਹ ਟੌਪਿਕ ਬਹੁਤ ਇੰਪੋਰਟੈਂਟ ਹੈ, ਜਿਹੜਾ ਕਿ ਆਪਣਾ ਸਾਹਿਤ। ਕਿਹੜਾ ਟੌਪਿਕ ਹੈ ਆਪਣਾ? ਸਾਹਿਤ ਵਿੱਚ ਆਪਣੇ ਕੋਲ ਦੋ ਪਾਰਟ ਹੁੰਦੇ ਨੇ, ਇੱਕ ਹੁੰਦਾ ਕਵਿਤਾ ਅਤੇ ਇੱਕ ਹੁੰਦਾ ਵਾਰਤਕ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਸਾਹਿਤ ਕੀ ਹੁੰਦਾ ਹੈ। ਸੋ ਸਾਹਿਤ ਮਨੁੱਖੀ ਭਾਵ, ਕਲਪਨਾਵਾਂ ਅਤੇ ਜਿਹੜਾ ਕੁਝ ਅੱਜ ਤੱਕ ਹੋ ਚੁੱਕਿਆ ਹੈ ਉਸ ਬਾਰੇ ਜਿਹੜੀਆਂ ਕਥਾਵਾਂ, ਨਾਟਕ ਆਦਿ ਜੋ ਕੁਝ ਵੀ ਲਿਖਿਆ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਆ? ਸਾਹਿਤ ਕਹਿੰਦੇ ਆ। ਤਾਂ ਅੱਜ ਆਪਾਂ ਪੜ੍ਹਾਂਗੇ ਪਹਿਲਾਂ ਕਵਿਤਾ ਦੇ ਬਾਰੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕਵਿਤਾ ਹੁੰਦੀ ਕੀ ਆ। ਸੋ ਕਵਿਤਾ ਇੱਕ ਅਜਿਹੀ ਸ਼ਬਦ ਰਚਨਾ ਹੈ, ਕੀ ਆ? ਸ਼ਬਦ ਰਚਨਾ ਹੈ ਜੋ ਸੁਹਿਰਦ ਮਨੁੱਖੀ ਜਜ਼ਬਿਆਂ, ਭਾਵਨਾਵਾਂ ਦਾ ਪ੍ਰਗਟਾ ਲੇਬੱਧ ਰੂਪ ਵਿੱਚ ਕਰਦੀ ਹੈ। ਮਤਲਬ ਕਿ ਸ਼ਬਦ ਰਚਨਾ ਉਹ ਸ਼ਬਦ ਰਚਨਾ ਜਿਸ ਰਾਹੀਂ ਮਨੁੱਖ ਦੇ ਭਾਵਾਂ ਦਾ ਸਾਨੂੰ ਪਤਾ ਲੱਗਦਾ ਹੈ। ਅਤੇ ਕਿਵੇਂ ਪਤਾ ਲੱਗਦਾ? ਲੇਬੱਧ ਰੂਪ ਵਿੱਚ। ਮਤਲਬ ਉਸ ਨੂੰ ਰਸ, ਛੰਦ, ਇਸ ਤਰ੍ਹਾਂ ਦੇ ਭਾਵਾਂ ਦੇ ਵਿੱਚ ਪਿਰੋ ਕੇ ਅਤੇ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉਸ ਨੂੰ ਅਸੀਂ ਕਵਿਤਾ ਕਹਿੰਦੇ ਹਾਂ। ਅੱਗੇ ਪੜ੍ਹਦੇ ਹਾਂ ਇਹਦੇ ਬਾਰੇ। ਕਹਿੰਦਾ ਕਵਿਤਾ ਵਿੱਚ ਕਲਪਨਾ ਸ਼ਕਤੀ, ਆਨੰਦ ਅਤੇ ਸੱਚਾਈ ਨੂੰ ਪ੍ਰਤੱਖ ਪੱਧਰ 'ਤੇ ਸਾਕਾਰ ਕੀਤਾ ਜਾਂਦਾ ਹੈ। ਮਤਲਬ ਕਿ ਕਵਿਤਾ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਹਨ? ਕਲਪਨਾਵਾਂ ਹੁੰਦੀਆਂ, ਆਨੰਦ ਵੀ ਆਉਂਦਾ ਅਤੇ ਸੱਚਾਈ ਵੀ ਹੁੰਦੀ ਹੈ। ਅੱਗੇ ਕਹਿੰਦਾ ਕਵਿਤਾ ਵਿੱਚ ਜਜ਼ਬੇ, ਕਲਪਨਾ, ਲੇਹ, ਖਿਆਲ ਦਾ ਸੁਮੇਲ ਹੁੰਦਾ ਹੈ। ਠੀਕ ਹੈ, ਨੈਕਸਟ ਕਰਦੇ ਹਾਂ। ਅੱਗੇ ਪਰਿਭਾਸ਼ਾਵਾਂ। ਸੋ ਪੇਪਰ ਦੇ ਵਿੱਚ ਪਰਿਭਾਸ਼ਾਵਾਂ ਬਾਰੇ ਤੁਹਾਡੇ ਕੋਲੋਂ ਪੁੱਛ ਸਕਦਾ ਤਾਂ ਤੁਸੀਂ ਯਾਦ ਕਰਨੀਆਂ। ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਦੇ ਅਨੁਸਾਰ ਕਵਿਤਾ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ ਹਨ। ਕਿ ਕਵਿਤਾ ਜਿਹੜੀ ਹੈ ਉਹ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ ਹਨ। ਅਰਥਾਤ ਕਿ ਜਿਹੜੇ ਮਿੱਠੇ ਵਚਨ ਹਨ ਉਹਨਾਂ ਨੂੰ ਇੱਕ ਕਵੀ ਜਿਹੜਾ ਉਹ ਜਦੋਂ ਲੇਬੱਧ ਰੂਪ ਵਿੱਚ ਕਿਸੇ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਕਹਿੰਦਾ ਕਵਿਤਾ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ ਹਨ। ਭਾਵ ਕਿ ਕੋਈ ਕਵੀ ਜਦੋਂ ਆਪਣੇ ਸ਼ਬਦਾਂ ਨੂੰ ਜਾਂ ਵਚਨਾਂ ਨੂੰ ਜਦੋਂ ਲੈਅਬੱਧ ਰੂਪ ਦਿੰਦਾ ਹੈ, ਕੀ ਦਿੰਦਾ? ਲੈਅਬੱਧ ਰੂਪ ਦਿੰਦਾ ਹੈ ਤਾਂ ਉਹ ਕੀ ਬਣ ਜਾਂਦੀ ਹੈ? ਕਵਿਤਾ ਬਣ ਜਾਂਦੀ ਹੈ। ਕੀ ਬਣ ਜਾਂਦੀ ਹੈ? ਕਵਿਤਾ। ਸੋ ਅੱਗੇ ਕਰਦੇ ਹਾਂ। ਅੱਗੇ ਜੀ ਭਾਈ ਵੀਰ ਸਿੰਘ ਦੇ ਅਨੁਸਾਰ ਕਹਿੰਦਾ ਕਵਿਤਾ ਦੀ ਸੁੰਦਰਤਾ ਹੀ ਉੱਚੇ ਨਛੱਤਰੀ ਵਾਸ ਦੀ, ਭਾਵ ਕਵਿਤਾ ਕੋਈ ਫਰਸਾ ਚੀਜ਼ ਨਹੀਂ ਸਗੋਂ ਉੱਚੇ ਨਛੱਤਰੀ ਵਸਣ ਵਾਲੀ ਦੇਵੀ ਹੈ। ਠੀਕ ਹੈ, ਸਮਝ ਲੱਗੀ? ਭਾਵ ਕਿ ਕਵਿਤਾ ਕੋਈ ਐਸੀ ਵੈਸੀ ਚੀਜ਼ ਨਹੀਂ, ਬਲਕਿ ਜਦੋਂ ਕਿਸੇ ਦੇ ਬੋਲ ਲੈਅਬੱਧ ਰੂਪ ਵਿੱਚ ਧਾਰਨ ਹੁੰਦੇ ਹਨ
ਤਾਂ ਬਾਅਦ ਵਿੱਚ ਜਦੋਂ ਕਵਿਤਾ ਦਾ ਰੂਪ ਲੈਂਦੇ ਹਨ ਤਾਂ ਉਹ ਕੋਈ ਛੋਟੀ ਚੀਜ਼ ਨਹੀਂ ਰਹਿ ਜਾਂਦੀ, ਬਲਕਿ ਉਹ ਨਛੱਤਰੀਵਾਸ ਭਾਵ ਉੱਚੇ ਪੱਧਰ ਦੀ ਵਸਤੂ ਬਣ ਜਾਂਦੀ ਹੈ। ਅੱਗੇ ਦੇਖਦੇ ਹਾਂ, ਕਹਿੰਦਾ ਸ਼ੈਲੇ ਦੇ ਅਨੁਸਾਰ ਕਵਿਤਾ ਉੱਤਮ ਖੁਸ਼ ਅਤੇ ਮਨ ਦੇ ਉੱਤਮ ਪਲਾਂ ਦਾ ਰਿਕਾਰਡ ਹੁੰਦੀ ਹੈ। ਠੀਕ ਹੈ, ਸੋ ਇਟਸ ਵੈਰੀ ਸਿੰਪਲ। ਨੈਕਸਟ ਵੇਖਦੇ ਹਾਂ, ਅੱਗੇ ਕਹਿੰਦਾ ਜੀ ਹਾਡਸਨ ਦੇ ਅਨੁਸਾਰ ਕਵਿਤਾ ਦੇ 4 ਤੱਤ ਮੰਨੇ ਗਏ ਨੇ। ਕਿਹਦੇ ਅਨੁਸਾਰ? ਹਾਡਸਨ ਦੇ ਅਨੁਸਾਰ। ਸੋ ਕਿਹੜੇ ਕਿਹੜੇ ਤੱਤ ਹੈ? ਬੁੱਧੀ ਤੱਤ, ਭਾਵ ਤੱਤ, ਕਲਪਨਾ ਤੱਤ ਅਤੇ ਸ਼ੈਲੀ ਤੱਤ। ਠੀਕ ਹੈ, ਇਹ 4 ਤੱਤ ਕਿਹਦੇ ਅਨੁਸਾਰ? ਹਾਡਸਨ ਦੇ ਅਨੁਸਾਰ। ਅੱਗੇ ਕਹਿੰਦਾ ਪਰ ਇਹਨਾਂ 4 ਤੱਤਾਂ ਤੋਂ ਇਲਾਵਾ ਵਿਚਾਰ, ਭਾਵ, ਕਲਪਨਾ, ਰਸ, ਅਲੰਕਾਰ, ਪ੍ਰਤੀਕ, ਬਿੰਬ, ਛੰਦ, ਸੰਗੀਤ, ਕਾਵ ਭਾਸ਼ਾ ਅਤੇ ਕਾਵ ਸ਼ੈਲੀ। ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ। ਠੀਕ ਹੈ, ਤੋ ਨੈਕਸਟ ਕਰਦੇ ਹਾਂ, ਪਹਿਲਾ ਪੁਆਇੰਟ ਆਪਣਾ ਕਲਪਨਾ। ਸੋ ਕਲਪਨਾ ਕੀ ਹੁੰਦੀ ਹੈ? ਕਲਪਨਾ ਤੋਂ ਭਾਵ ਹੈ ਮਨ ਘੜਤ ਗੱਲ। ਕਲਪਨਾ ਕਵਿਤਾ ਦਾ ਇੱਕ ਮਹੱਤਵਪੂਰਨ ਤੱਤ ਹੈ। ਕਲਪਨਾ ਨੂੰ ਰਚਨਾਤਮਕ ਸ਼ਕਤੀ ਮੰਨਿਆ ਜਾਂਦਾ ਹੈ। ਕਾਲਰਜ਼ ਅਨੁਸਾਰ ਕਵਿਤਾ ਤਾਂ ਕਲਪਨਾ ਦੀ ਹੀ ਪੈਦਾਵਾਰ ਹੈ। ਠੀਕ ਹੈ, ਇਸ ਦਾ ਮਤਲਬ ਹੈ ਕਿ ਜਦੋਂ ਕੋਈ ਕਵਿਤਾ ਲਿਖਦਾ ਹੈ ਕਵੀ, ਤਾਂ ਉਹ ਕਿਸ ਦੇ ਬੇਸ ਲਿਖਦਾ ਹੈ? ਆਪਣੀਆਂ ਕਲਪਨਾਵਾਂ ਦੇ ਬੇਸ ਕਵਿਤਾ ਲਿਖਦਾ ਹੈ। ਅੱਗੇ ਵੇਖਦੇ ਹਾਂ, ਅੱਗੇ ਕਹਿੰਦਾ ਅਸਲ ਵਿੱਚ ਕਲਪਨਾ ਕੀਤੀ ਨਹੀਂ ਜਾਂਦੀ, ਸਗੋਂ ਇਹ ਆਪ ਮੁਹਾਰੀ ਹੈ। ਠੀਕ ਹੈ, ਇਹ ਕੰਮ ਕਰਦੀ ਹੈ। ਅਸੀਂ ਕਲਪਨਾ ਨੂੰ ਕਲਪਨਾ ਲਈ ਮਨ 'ਤੇ ਭਾਰ ਨਹੀਂ ਪਾ ਸਕਦੇ। ਠੀਕ ਹੈ, ਮਤਲਬ ਕਿ ਜਦੋਂ ਆ ਕਹਿਣਾ ਚਾਹੁੰਦਾ ਹੈ ਕਿ ਜਦੋਂ ਆਪਾਂ ਕੁਝ ਸੋਚ ਵਿਚਾਰ ਕਰਦੇ ਹਾਂ, ਠੀਕ ਹੈ, ਤਾਂ ਉਹ ਅਲੱਗ ਚੀਜ਼ ਹੈ। ਅਤੇ ਜਦੋਂ ਆਪਣਾ ਮਨ ਕੁਝ ਸੋਚੀ ਜਾਂਦਾ ਹੈ, ਆਪਣੇ ਆਪ ਸੋਚੀ ਜਾਂਦਾ ਹੈ, ਤਾਂ ਉਹ ਕਲਪਨਾਵਾਂ ਹਨ। ਅਤੇ ਉਹ ਕਲਪਨਾਵਾਂ ਨੂੰ ਜਦੋਂ ਇੱਕ ਕਵੀ ਲੈਅਬੱਧ ਰੂਪ ਧਾਗੇ ਵਿੱਚ ਪਰੋ ਕੇ ਆਪਣੀ ਜਿਹੜੀ ਰਚਨਾ ਹੈ ਉਸ ਨੂੰ ਇੱਕ ਰੂਪ ਦਿੰਦਾ ਹੈ, ਤਾਂ ਉਹ ਕਵਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ। ਓਕੇ, ਨੈਕਸਟ ਵੇਖਦੇ ਹਾਂ। ਨੈਕਸਟ ਤੱਤ ਹੈ ਇਹਦਾ ਭਾਵ ਜਾਂ ਜਜ਼ਬਾ। ਕਹਿੰਦਾ ਭਾਵ ਕਵਿਤਾ ਦਾ ਮਹੱਤਵਪੂਰਨ ਸਾਧਨ ਅਤੇ ਜ਼ਰੂਰੀ ਤੱਤ ਹੈ। ਠੀਕ ਹੈ, ਮਨੁੱਖੀ ਦਿਲ ਜਜ਼ਬਿਆਂ ਭਾਵਾਂ ਭਰਪੂਰ ਹੁੰਦਾ ਹੈ। ਮਨੁੱਖ ਮਨ ਵਿੱਚ ਭਿੰਨ ਭਿੰਨ ਤਰ੍ਹਾਂ ਦੇ ਭਾਵ ਹੁੰਦੇ ਹਨ। ਠੀਕ ਹੈ, ਆਪਾਂ ਨੂੰ ਪਤਾ ਹੀ ਹੈ ਕਿ ਮਨੁੱਖ ਵਿੱਚ ਦਿਲ ਵਿੱਚ ਵੱਖ ਵੱਖ ਤਰ੍ਹਾਂ ਦੇ ਭਾਵ ਜਿਹੜੇ ਆ ਉਹ ਉਤਪੰਨ ਹੁੰਦੇ ਆ। ਠੀਕ ਹੈ, ਜਿਵੇਂ ਕਿ ਪਿਆਰ, ਡਰ, ਤਰਸ, ਖੁਸ਼ੀ, ਗਮੀ ਆਦਿ। ਠੀਕ ਹੈ, ਅੱਗੇ ਕਹਿੰਦਾ ਭਾਰਤੀ ਸਾਹਿਤ ਆਚਾਰਿਆਂ ਦੇ ਅਨੁਸਾਰ ਭਾਵਾਂ ਦੀਆਂ 9 ਕਿਸਮਾਂ ਮੰਨੀਆਂ ਗਈਆਂ। ਠੀਕ ਹੈ, ਇੰਨਾ ਇੰਪੋਰਟੈਂਟ ਨਹੀਂ ਹੈ, ਬਸ ਇੰਨਾ ਯਾਦ ਰੱਖਿਓ ਕਿ ਆਚਾਰਿਆਂ ਦੁਆਰਾ ਕਿੰਨੀਆਂ 9 ਕਿਸਮਾਂ ਮੰਨੀਆਂ ਗਈਆਂ। ਠੀਕ ਹੈ, ਸੋ ਨੈਕਸਟ ਵੇਖਦੇ ਹਾਂ। ਨੈਕਸਟ ਆਪਣੇ ਕੋਲ ਬੁੱਧੀ ਤੱਤ। ਸੋ ਆ ਕਹਿੰਦੇ ਆ ਵੈਸੇ ਤਾਂ ਕਵਿਤਾ ਵਿੱਚ ਭਾਵ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ, ਪਰ ਥੋੜ੍ਹਾ ਬਹੁਤਾ ਬੌਧਿਕਤਾ ਦਾ ਵੀ ਅੰਸ਼ ਹੁੰਦਾ ਹੈ। ਮਤਲਬ ਕਿ ਜਦੋਂ ਕਵਿਤਾ ਲਿਖੀ ਜਾਂਦੀ ਹੈ ਤਾਂ ਉਹ ਕੋਈ ਕਵੀ ਆਪਣੇ ਭਾਵਾਂ ਦੇ ਬੇਸ ਲਿਖਦਾ ਹੈ, ਪਰ ਉਹ ਜਦੋਂ ਲਿਖਦਾ ਹੈ ਤਾਂ ਉਸ ਨੂੰ ਲਿਖੇਗਾ ਕਿਵੇਂ? ਆਪਣੀ ਬੁੱਧੀ ਦੇ ਅਨੁਸਾਰ, ਆਪਣੀ ਬੁੱਧੀ ਦਾ, ਆਪਣੇ ਗਿਆਨ ਦਾ ਉਪਯੋਗ ਤਾਂ ਕਰੇਗਾ ਉਹਨੂੰ ਲਿਖਣ ਲਈ, ਕਿਉਂਕਿ ਉਸ ਵਿੱਚ ਕਈ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਜਿਵੇਂ ਛੰਦ, ਠੀਕ ਹੈ, ਪੈਰੇ ਬਣਾਉਣੇ ਹੋਣ, ਰਸ, ਅਲੰਕਾਰ ਆਦਿ ਉਸ ਵਿੱਚ ਦੇਣੇ ਹੋਣ, ਤਾਂ ਉਸ ਵਿੱਚ ਬੁੱਧੀ ਦੀ ਲੋੜ ਪੈਂਦੀ ਹੈ। ਅੱਗੇ ਕਹਿੰਦਾ ਕਵਿਤਾ ਦਾ ਸੰਬੰਧ ਸਿਰਜਣਾਤਮਕ ਸਾਹਿਤ ਨਾਲ ਹੈ, ਅਤੇ ਸਿਰਜਣਾਤਮਕ ਸਾਹਿਤ ਕੇਵਲ ਭਾਵੁਕ ਹੀ ਨਹੀਂ ਹੁੰਦਾ ਅਤੇ ਨਾ ਹੀ ਸਿਰਫ ਕਾਲਪਨਿਕ ਹੁੰਦਾ ਹੈ। ਮਤਲਬ ਕਿ ਜਿਹੜੀ ਕਵਿਤਾ ਹੈ ਉਹ ਸਿਰਫ ਭਾਵ 'ਤੇ ਨਿਰਭਰ ਨਹੀਂ ਕਰਦੀ ਅਤੇ ਸਿਰਫ ਕਲਪਨਾ 'ਤੇ ਵੀ ਨਿਰਭਰ ਨਹੀਂ ਕਰਦੀ। ਮਤਲਬ ਇਸ ਵਿੱਚ ਕੀ ਹੁੰਦਾ ਹੈ? ਬੁੱਧੀ ਤੱਤ ਵੀ ਮੌਜੂਦ ਹੁੰਦਾ ਹੈ।
ਓਕੇ, ਨੈਕਸਟ ਵੇਖਦੇ ਹਾਂ। ਨੈਕਸਟ ਆਪਣੇ ਕੋਲ ਕਾਵਿ ਭਾਸ਼ਾ। ਕਹਿੰਦਾ ਕਵਿਤਾ ਦੀ ਭਾਸ਼ਾ ਸਧਾਰਨ ਭਾਸ਼ਾ ਤੋਂ ਭਿੰਨ ਹੁੰਦੀ ਹੈ ਅਤੇ ਕਾਵਿ ਭਾਸ਼ਾ ਵਿਧੀਆਂ ਭਾਸ਼ਾ ਦੁਆਰਾ ਹੀ ਸਾਕਾਰ ਹੁੰਦੀਆਂ ਹਨ। ਮਤਲਬ ਹੈ ਜਦੋਂ ਕੋਈ ਗੱਲ ਕਰਦਾ ਹੈ ਤਾਂ ਉਸ ਦੀ ਭਾਸ਼ਾ ਥੋੜ੍ਹੀ ਅਲੱਗ ਹੁੰਦੀ ਹੈ ਅਤੇ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਤਾਂ ਉਸ ਦੀ ਭਾਸ਼ਾ ਥੋੜ੍ਹੀ ਅਲੱਗ ਹੁੰਦੀ ਹੈ। ਠੀਕ ਹੈ, ਨੈਕਸਟ ਆ ਗਈ ਰਸ। ਵੈਰੀ ਇੰਪੋਰਟੈਂਟ ਹੈਗੀ ਹੈ ਰਸ। ਕਹਿੰਦਾ ਕਵਿਤਾ ਵਿੱਚ ਸਥਾਈ ਭਾਵਾਂ ਨੂੰ ਵਿਦਵਾਨਾਂ ਨੇ ਰਸ ਦਾ ਨਾਮ ਦਿੱਤਾ ਹੈ। ਇਸ ਤਰ੍ਹਾਂ ਰਸ ਵੀ ਕਵਿਤਾ ਦਾ ਇੱਕ ਪ੍ਰਧਾਨ ਤੱਤ ਹੈ। ਰਸ ਦਾ ਭਾਵ ਸਵਾਦ ਹੁੰਦਾ ਹੈ। ਕਵਿਤਾ ਨੇ ਰਸੀਲੀ ਬਣਨਾ ਹੁੰਦਾ ਹੈ ਤਾਂ ਉਸ ਵਿੱਚ ਰਸ ਆਉਣਾ ਜ਼ਰੂਰੀ ਹੈ। ਮਤਲਬ ਕਵਿਤਾ ਨੂੰ ਜਦੋਂ ਲਿਖਦੇ ਹਾਂ ਤਾਂ ਉਸ ਵਿੱਚ ਪੜ੍ਹਨ ਵਾਲੇ ਦਾ ਦਿਲਚਸਪੀ ਵੀ ਪੈਦਾ ਹੋਣੀ ਚਾਹੀਦੀ ਹੈ, ਇਸ ਲਈ ਉਸ ਵਿੱਚ ਰਸ ਦਾ ਮਿਸ਼ਰਣ ਹੁੰਦਾ ਹੈ ਕਵਿਤਾ ਵਿੱਚ। ਨੈਕਸਟ ਵੇਖਦੇ ਹਾਂ। ਨੈਕਸਟ ਆਪਣੇ ਕੋਲ ਰਸ ਜਿਹੜੇ ਹੁੰਦੇ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ। ਰਸ ਹੁੰਦੇ ਆ 9 ਪ੍ਰਕਾਰ ਦੇ। ਕਿਹੜੇ ਕਿਹੜੇ? ਕਰੁਣਾ ਰਸ, ਸ਼ਿੰਗਾਰ ਰਸ, ਹਾਸ ਰਸ, ਬੀਰ ਰਸ, ਰੁਦਰ ਰਸ, ਅਦਭੁਤ ਰਸ, ਭਿਆਨਕ ਰਸ, ਬੀਭਤਮ ਰਸ ਅਤੇ ਸ਼ਾਂਤ ਰਸ। ਕਰੁਣਾ ਰਸ ਕੀ ਹੁੰਦਾ ਹੈ? ਕਰੁਣਾ ਰਸ ਜਿਵੇਂ ਕਿਸੇ ਪ੍ਰਤੀ ਕਰੁਣਾ ਦਾ ਭਾਵ ਹੁੰਦਾ ਹੈ ਸਾਡਾ। ਸ਼ਿੰਗਾਰ ਰਸ ਜਿਵੇਂ ਪ੍ਰੀਤ ਕਥਾਵਾਂ ਹੁੰਦੀਆਂ ਹਨ। ਹਾਸ ਰਸ ਹਾਸੇ ਵਾਲੀਆਂ। ਬੀਰ ਰਸ ਯਾਨੀ ਉਤਸ਼ਾਹ ਵਾਲੀਆਂ, ਜਿਸ ਵਿੱਚ ਜਿਵੇਂ ਕਿਸੇ ਦੀ ਵਿੱਚ ਅਸੀਂ ਆਪਾਂ ਕੀ ਕਰਨਾ ਹੁੰਦਾ ਹੈ? ਵੀਰ ਰਸ ਯਾਨੀ ਉਸ ਵਿੱਚ ਆਪਾਂ ਜਿਹੜਾ ਵੀਰਤਾ ਦਾ ਰਸ ਹੁੰਦਾ ਉਸ ਨੂੰ ਆਪਾਂ ਭਰਨਾ ਹੁੰਦਾ, ਉਦੋਂ ਵੀਰ ਰਸ ਕਵਿਤਾਵਾਂ ਲਿਖੀਆਂ ਜਾਂਦੀਆਂ। ਰੁਦਰ ਰਸ ਯਾਨੀ ਕ੍ਰੋਧ ਜਿਹਦੇ ਵਿੱਚ ਆਉਂਦਾ। ਅਦਭੁਤ ਰਸ ਯਾਨੀ ਹੈਰਾਨੀਜਨਕ। ਭਿਆਨਕ ਯਾਨੀ ਡਰ ਵਾਲਾ। ਬੀਭਤਮ ਯਾਨੀ ਘ੍ਰਿਣਾ ਵਾਲਾ ਅਤੇ ਸ਼ਾਂਤ ਰਸ ਯਾਨੀ ਵੈਰਾਗਯ ਵਾਲਾ। ਨੈਕਸਟ ਵੇਖਦੇ ਹਾਂ। ਨੈਕਸਟ ਆਪਣੇ ਕੋਲ ਪ੍ਰਤੀਕ। ਪ੍ਰਤੀਕ ਕੀ ਹੁੰਦੇ ਆ? ਕਹਿੰਦੇ ਪ੍ਰਤੀਕ ਤੇ ਚਿੰਨ੍ਹ ਕਵਿਤਾ ਦੀ ਜਿੰਦ ਜਾਨ ਹੁੰਦੇ ਹਨ ਅਤੇ ਕਵਿਤਾ ਦੇ ਮਹੱਤਵਪੂਰਨ ਤੱਤ ਹਨ। ਪ੍ਰਤੀਕ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸਿੰਬਲ ਦਾ ਸਮਾਨਾਰਥਕ ਹੈ। ਮਤਲਬ ਅੰਗਰੇਜ਼ੀ ਵਿੱਚ ਜਿਹੜਾ ਸਿੰਬਲ ਸ਼ਬਦ ਹੈ ਉਸ ਨੂੰ ਆਪਾਂ ਪੰਜਾਬੀ ਵਿੱਚ ਪ੍ਰਤੀਕ ਕਹਿੰਦੇ ਹਾਂ। ਕਹਿੰਦੇ ਕਵਿਤਾ ਵਿੱਚ ਪ੍ਰਤੀਕ ਦੀ ਵਰਤੋਂ ਦਾ ਖਾਸ ਤਰ੍ਹਾਂ ਦਾ ਯੋਗਦਾਨ ਹੈ। ਜਿਵੇਂ ਕਿ ਕਵਿਤਾ ਦੀ ਸੂਖਮ ਭਾਵੀ ਬਿਰਤੀ ਵਿੱਚ ਪ੍ਰਤੀਕਾਂ ਦੀ ਬੁਨਿਆਦੀ ਜ਼ਰੂਰਤ ਹੁੰਦੀ ਹੈ। ਮਤਲਬ ਜਦੋਂ ਕੋਈ ਕਵਿਤਾ ਲਿਖਦਾ ਹੈ ਤਾਂ ਉਸ ਵਿੱਚ ਪ੍ਰਤੀਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿਵੇਂ ਇਹਦੀ ਐਗਜ਼ਾਮਪਲ ਵੇਖਦੇ ਹਾਂ ਆਪਾਂ। ਕਹਿੰਦਾ 2 ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦੀ ਇੱਕ ਲੋਕਾਂ ਦੀ। 2 ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੌਂਕਾਂ ਦੀ। ਇੱਥੇ ਜਿਹੜੇ ਭੌਂ, ਮਹਿਲਾਂ, ਡੋਕਾਂ, ਲੋਕਾਂ ਅਤੇ ਜੌਂਕਾਂ, ਇਹ ਜਿਹੜੇ ਸ਼ਬਦ ਆਏ ਹੈ ਇਹ ਕਿਸੇ ਦੀ ਥਾਂ ਲੈ ਕੇ ਆਏ ਹੈ। ਠੀਕ ਹੈ, ਪ੍ਰਤੀਕ ਦਾ ਮਤਲਬ ਇਹੀ ਹੁੰਦਾ ਹੈ ਕਿ ਕਿਸੇ ਦੀ ਜਗ੍ਹਾ ਲੈ ਲੈਣਾ। ਠੀਕ ਹੈ, ਜਿਵੇਂ ਇੱਥੇ ਭੌਂ ਦਾ ਮਤਲਬ ਭੌਂ ਟੁੱਟੀ। ਠੀਕ ਹੈ, ਜਿਵੇਂ ਪ੍ਰਿਥਵੀ ਵੰਡੀ ਗਈ। ਠੀਕ ਹੈ, ਇੱਕ ਮਹਿਲਾਂ ਦੀ ਮਤਲਬ ਇੱਥੇ ਮਹਿਲਾਂ ਦਾ ਮਤਲਬ ਅਮੀਰ ਲੋਕਾਂ ਦੀ। ਡੋਕਾਂ ਮਤਲਬ ਗਰੀਬ ਲੋਕਾਂ ਦੀ। 2 ਧੜਿਆਂ ਵਿੱਚ ਟੁੱਟੀ ਭੌਂ। ਠੀਕ ਹੈ, ਇੱਕ ਅਮੀਰ ਦੀ ਇੱਕ ਗਰੀਬ ਦੀ। ਅਤੇ ਕਹਿੰਦੇ 2 ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ ਅਤੇ ਇੱਕ ਜੌਂਕਾਂ ਦੀ। ਉਹੀ ਮਤਲਬ ਹੈ ਕਿ ਇੱਕ ਲੋਕਾਂ ਦੀ, ਆਮ ਲੋਕਾਂ ਦੀ ਅਤੇ ਇੱਕ ਅਮੀਰ ਲੋਕਾਂ ਦੀ। ਸੋ ਇਹ ਸੀ ਆਪਣਾ ਅੱਜ ਦਾ ਟੋਪਿਕ ਕਵਿਤਾ। ਇੱਕ ਵਾਰੀ ਫੇਰ ਵੇਖ ਲੈਂਦੇ ਹਾਂ। ਕਵਿਤਾ ਕੀ ਹੁੰਦੀ ਹੈ? ਮਨ ਦੇ ਭਾਵ ਜਿਹੜੇ ਲੇਬੱਧ ਰੂਪ ਲੈ ਕੇ ਕਿਸੇ ਸਾਹਮਣੇ ਪੇਸ਼ ਹੁੰਦੇ ਹੈ। ਇਹ ਆ ਗਈ ਆਪਣੀ ਪਰਿਭਾਸ਼ਾਵਾਂ। ਅਤੇ ਹਡਸਨ ਨੇ ਕਿਹਾ ਇਹਦੇ 4 ਤੱਤ ਹੁੰਦੇ ਆ: ਬੁੱਧੀ ਤੱਤ, ਭਾਵ ਤੱਤ, ਕਲਪਨਾ, ਸ਼ੈਲੀ ਤੱਤ। ਪਰ ਇਸ ਤੋਂ ਇਲਾਵਾ ਵੀ ਕਲਪਨਾ, ਰਸ, ਅਲੰਕਾਰ, ਪ੍ਰਤੀਬਿੰਬ, ਛੰਦ, ਸੰਗੀਤ ਆਦਿ ਇਹਦੇ ਵਿੱਚ ਹੁੰਦੇ ਹੈ। ਕਲਪਨਾ ਕੀ ਹੁੰਦੀ ਹੈ? ਮਨ ਦੇ ਭਾਵ ਹੁੰਦੇ ਆ, ਕਲਪਨਾ ਹੁੰਦੀ ਹੈ। ਭਾਵ ਜਾਂ ਜਜ਼ਬਾ ਕੀ ਹੁੰਦਾ ਹੈ? ਭਾਵ ਜਾਂ ਜਜ਼ਬਾ ਹੁੰਦਾ ਹੈ ਜਿਹਦੇ ਨਾਲ ਮਨੁੱਖੀ ਦਿਲ ਵਿੱਚ ਭਾਵ ਭਰੇ ਹੁੰਦੇ ਹਨ। ਜਦੋਂ ਬਾਹਰ ਆਉਂਦੇ ਹੈ
ਤਾਂ ਜਜ਼ਬਿਆਂ ਦਾ ਰੂਪ ਧਾਰਨ ਕਰ ਲੈਂਦੇ ਆ, ਜਿਵੇਂ ਪਿਆਰ, ਡਰ, ਤਰਸ, ਖੁਸ਼ੀ, ਗਮੀ ਆਦਿ ਭਾਵ ਹੁੰਦੇ ਹਨ। ਬੁੱਧੀ ਤੱਤ ਭਾਵ ਕਿ ਕਵਿਤਾ ਨੂੰ ਲਿਖਣ ਲਈ ਸਿਰਫ ਭਾਵਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ, ਉਹਦੇ ਵਿੱਚ ਬੁੱਧੀ ਵੀ ਲੋੜ ਹੁੰਦੀ ਹੈ। ਨੈਕਸਟ ਹੈ ਕਾਵਿ ਭਾਸ਼ਾ, ਮਤਲਬ ਉਸਦੀ ਭਾਸ਼ਾ ਵੀ ਬਹੁਤ ਜ਼ਰੂਰੀ ਅਹਿਮ ਹਿੱਸਾ ਰੱਖਦੀ ਹੈ। ਅੱਗੇ ਕਹਿੰਦਾ ਰਸ, ਰਸ 9 ਤਰ੍ਹਾਂ ਦੇ ਹੁੰਦੇ ਹਨ। ਕਿਹੜੇ? ਕਰੁਣਾ ਰਸ, ਸ਼ਿੰਗਾਰ ਰਸ, ਹਾਸ ਰਸ, ਬੀਰ ਰਸ, ਰੁੱਧ ਰਸ, ਅਦਭੁਤ ਰਸ, ਭਿਆਨਕ ਰਸ, ਬੀਭਤਮ ਅਤੇ ਸ਼ਾਂਤ ਰਸ। ਠੀਕ ਹੈ, ਪ੍ਰਤੀਕ ਕੀ ਹੁੰਦੇ ਹਨ? ਜਿਹੜੇ ਕਿਸੇ ਦੀ ਥਾਂ ਲੈ ਕੇ ਕਵਿਤਾ ਵਿੱਚ ਆਉਂਦੇ ਹਨ। ਠੀਕ ਹੈ, ਸੋ ਉਮੀਦ ਹੈ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਗੀ। ਸੋ ਥੈਂਕਸ, ਲਾਈਕ ਐਂਡ ਸਬਸਕ੍ਰਾਈਬ ਆਵਰ ਚੈਨਲ। ਥੈਂਕ ਯੂ।